ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਪਹਿਲੇ ਕਾਂਡ ਦਾ 9ਵਾਂ ਭਾਗ ਮਲਨ, ਮਲੀਨ ਅਤੇ ਮਲੇਸ਼। 10ਵਾਂ ਭਾਗ ਮੁਰਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਲਨ ਅਥਵਾ ਮਲੀਨ ਦਾ ਅਰਥ ਵੀ ਮੈਲ ਭਰਿਆ ਗੰਦਾ ਹੀ ਹੈ, ਪਰ ਸਤਿਗੁਰਾਂ ਨੇ ਮਲਨ ਜਾਂ ਮਲੀਨ ਉਸ ਨੂੰ ਨਹੀਂ ਕਿਹਾ ਜੋ ਅੱਖੀਆਂ ਨਾਲ ਵੇਖੀ ਜਾ ਸਕਣ ਵਾਲੀ ਮੈਲ ਨਾਲ ਗੰਦਾ ਹੋ ਗਿਆ ਹੋਵੇ। ਸਤਿਗੁਰਾਂ ਦੀ ਨਜ਼ਰ ਵਿੱਚ ਮੈਲਾ ਕੌਣ ਹੈ, ਆਓ ਸਮਝੀਏ। ਮਲਨ ਭਈ ਮਤ ਮਾਧਵਾ, ਤੇਰੀ ਗਤ ਲਖੀ ਨਾ ਜਾਏ। ਕਰੋ ਕਿਰਪਾ ਭ੍ਰਮ ਚੁਕਾਈ, ਮੈਂ ਸੁਮਤ ਦੇਹੋ ਸਮਝਾਏ। ਪੰਨਾ 346। ਅਰਥ, ਹੇ ਪ੍ਰਭੂ, ਮੇਰੀ ਅਕਲ ਵਿਕਾਰਾਂ ਨਾਲ ਮੈਲੀ ਹੋਈ ਪਈ ਹੈ, ਇਸ ਵਾਸਤੇ ਮੈਨੂੰ ਤੇਰੀ ਗਤੀ ਦੀ ਪਛਾਣ ਨਹੀਂ ਆਉਂਦੀ। ਭਾਵ ਮੈਨੂੰ ਸਮਝ ਨਹੀਂ ਪੈਂਦੀ ਕਿ ਤੂੰ ਕਿਹੋ ਜਿਹਾ ਹੈ। ਹੇ ਪ੍ਰਮਾਤਮਾ, ਮਿਹਰ ਕਰ, ਮੈਨੂੰ ਸੁਚੱਜੀ ਮਤ ਬਖਸ਼, ਤਾਂ ਜੋ ਮੇਰੀ ਭਟਕਣਾ ਮੁੱਕ ਜਾਏ। ਸੋਈ ਮਲੀਨ ਦੀਨਹੀਨ, ਜਿਸ ਪ੍ਰਭ ਬਿਸਰਾਨਾ। ਕਰਨੇ ਹਾਰ ਨਾ ਬੁਝਈ, ਆਪ ਗਣੇ ਬੇਗਾਨਾ। ਪੰਨਾ 813। ਅਰਥ, ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ ਉਹੀ ਗੰਦਾ ਹੈ, ਕੰਗਾਲ ਹੈ, ਨੀਚ ਹੈ। ਉਹ ਮੂਰਖ ਮਨੁੱਖ ਆਪਣੇ ਆਪ ਨੂੰ ਕੋਈ ਵੱਡੀ ਹਸਤੀ ਸਮਝਦਾ ਰਹਿੰਦਾ ਹੈ, ਪਰ ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ। ਬਿਸਮਨ ਬਿਸਮ ਭਈ ਪੇਖ ਗੁਣ, ਕਰ ਗਏ ਭੁਜਾ ਗਹੀ, ਕਟ ਜਮ ਕੀ ਫਾਸੀ ਰਾਮ। ਗਹਿ ਭੁਜਾ ਲੀਨੀ ਦਾਸ ਕੀਨੀ, ਅੰਕੁਰ ਅਦੂਤ ਜਣਾਇਆ। ਮਲਨ ਮੋਹ ਬੇਕਾਰ ਨਾਠੇ, ਦਿਵਸ ਨਿਰਮਲ ਆਇਆ। ਪੰਨਾ 846। ਅਰਥ, ਅਬਨਾਸ਼ੀ ਕੰਤ ਪ੍ਰਭੂ ਦੇ ਗੁਣ ਉਪਕਾਰ ਵੇਖ ਵੇਖ ਕੇ ਮੈਂ ਤਾਂ ਹੈਰਾਨ ਹੀ ਹੋ ਗਈ ਹਾਂ। ਉਸ ਨੇ ਮੇਰਾ ਹੱਥ ਫੜ ਕੇ ਮੇਰੀ ਜਮਾਂ ਵਾਲੀ ਫਾਹੀ ਕੱਟ ਕੇ ਮੇਰੀ ਬਾਂਹ ਫੜ ਲਈ ਹੈ। ਉਸ ਨੇ ਮੇਰੀ ਬਾਂਹ ਅਜਿਹੀ ਘੁੱਟ ਕੇ ਫੜੀ ਹੈ ਕਿ ਮੈਨੂੰ ਆਪਣੀ ਦਾਸੀ ਬਣਾ ਲਿਆ ਹੈ। ਮੇਰੇ ਭਾਗਾਂ ਦੇ ਫੁੱਟ ਰਹੇ ਅੰਕੁਰ ਕਾਰਨ ਉਸ ਨੇ ਮੇਰੇ ਅੰਦਰ ਆਤਮਿਕ ਜੀਵਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਮੋਹ ਆਦਿਕ ਭੈੜੇ ਵਿਕਾਰ ਮੇਰੇ ਅੰਦਰੋਂ ਨੱਸ ਗਏ ਹਨ। ਮੇਰੀ ਜ਼ਿੰਦਗੀ ਦੇ ਪਵਿੱਤਰ ਦਿਨ ਆ ਗਏ ਹਨ। ਇੱਕ ਕੁਚਲ ਕੁਚੀਲ ਵਿਖਲੀ ਪੱਤੇ, ਨਾਵੋਂ ਆਪ ਖੁਆਏ। ਨਾ ਉਹ ਸਿੱਧ ਨਾ ਬੁੱਧ ਹੈ, ਨਾ ਸੰਜਮੀ ਫਿਰੇ ਉਤ ਬਤਾਏ। ਪੰਨਾ 427। ਅਰਥ, ਕਈ ਐਸੇ ਮਨੁੱਖ ਹਨ ਜੋ ਕੁਚਲਣੇ ਹਨ, ਗੰਦੇ ਹਨ, ਦੁਰਾਚਾਰੀ ਹਨ। ਉਹਨਾਂ ਨੂੰ ਪਰਮਾਤਮਾ ਨੇ ਆਪਣੇ ਨਾਮ ਤੋਂ ਖੁੰਝਾ ਰੱਖਿਆ ਹੈ। ਉਹਨਾਂ ਜ਼ਿੰਦਗੀ ਵਿੱਚ ਕਾਮਯਾਬੀ ਨਹੀਂ ਖੱਟੀ, ਚੰਗੀ ਅਕਲ ਨਹੀਂ ਸਿੱਖੀ, ਉਹ ਚੰਗੀ ਰਹਿਣੀ ਵਾਲੇ ਨਹੀਂ ਬਣੇ। ਉਹ ਡਾਵਾਂਡੋਲ ਭਟਕਦੇ ਫਿਰਦੇ ਹਨ। ਅਸੰਖ ਕੂੜੇਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ। ਜਪਜੀ ਸਾਹਿਬ ਪੰਨਾ 4। ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਪੰਨਾ 662। ਜਨ ਨਾਨਕ ਕੀ ਪਰਮੇਸ਼ਰ ਸੁਣੀ ਅਰਦਾਸ, ਮਲੇਸ਼ ਪਾਪੀ ਪਚਿਆ ਭਇਆ ਨਿਰਾਸ। ਪੰਨਾ 1137। ਭਾਗ 10ਵਾਂ ਮੁਰਦਾਰ। ਮੁਰਦਾਰ ਦਾ ਅਰਥ ਪ੍ਰਾਣਹੀਣ ਲੋਥ ਜਾਂ ਲਾਸ਼ ਹੈ। ਪੰਜਾਬ ਦੀ ਆਮ ਬੋਲਚਾਲ ਵਿੱਚ ਮੈਲ ਅਥਵਾ ਗੰਦਗੀ ਵਾਂਗ ਮੁਰਦਾਰ ਪਦ ਵੀ ਬੜਾ ਤਰਕਮਈ ਸੁਰ ਵਿੱਚ ਵਰਤਿਆ ਜਾਣ ਵਾਲਾ ਬਣ ਚੁੱਕਾ ਸੀ। ਛਪ ਕੇ ਪਾਠਕਾਂ ਦੇ ਹੱਥ ਵਿੱਚ ਪੁੱਜ ਚੁੱਕੀ ਮਾਸ ਮਾਸ ਕਰ ਮੂਰਖ ਝਗੜੇ ਪੁਸਤਕ ਵਿੱਚ ਬੜੇ ਵਿਸਥਾਰ ਨਾਲ ਵਿਚਾਰਿਆ ਹੋਇਆ ਹੈ ਕਿ ਮਾਸ ਖਾਣ ਦੇ ਵਿਰੋਧੀ ਸੱਜਣਾ ਨੇ ਮਾਸ ਨੂੰ ਮੁਰਦਾਰ ਕਹਿ ਕੇ ਮਾਸ ਖਾਣ ਵਾਲੇ ਸਾਰੇ ਮਨੁੱਖਾਂ ਨੂੰ ਮਲੇਸ਼ ਲਿਖਿਆ ਹੋਇਆ ਹੈ। ਮਲੇਸ਼ ਪਦ ਬਾਰੇ ਗੁਰਮਤਿ ਵਿਚਾਰ ਅਸੀਂ ਕਰ ਚੁੱਕੇ ਹਾਂ। ਆਓ ਹੁਣ ਮੁਰਦਾਰ ਪਦ ਬਾਰੇ ਸਤਿਗੁਰਾਂ ਦੇ ਫਰਮਾਨ ਵਿਚਾਰ ਲਈਏ। ਸ਼ਲੋਕ ਮਹੱਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਮੁੱਠਾ ਆਪ ਮੁਹਾਏ ਸਾਥੈ, ਨਾਨਕ ਐਸਾ ਆਗੂ ਜਾਪੈ। ਪੰਨਾ 139। ਅਰਥ, ਜੋ ਮਨੁੱਖ ਝੂਠ ਬੋਲ ਕੇ ਆਪ ਤਾਂ ਦੂਜਿਆਂ ਦਾ ਹੱਕ ਖਾਂਦਾ ਹੈ ਤੇ ਹੋਰਨਾਂ ਨੂੰ ਸਿੱਖਿਆ ਦੇਣ ਜਾਂਦਾ ਹੈ ਕਿ ਝੂਠ ਨਾ ਬੋਲੋ। ਹੇ ਨਾਨਕ, ਅਜਿਹਾ ਆਗੂ ਅੰਤ ਇਉਂ ਉਗੜਦਾ ਹੈ
ਕਿ ਆਪ ਤਾਂ ਠੱਗਿਆ ਹੀ ਜਾ ਰਿਹਾ ਹੈ, ਆਪਣੇ ਸਾਥ ਨੂੰ ਵੀ ਲੁਟਾਈ ਜਾ ਰਿਹਾ ਹੈ। ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ, ਜਾਂ ਮੁਰਦਾਰ ਨਾ ਖਾਏ। ਗੱਲੀ ਭੇਸਤ ਨਾ ਜਾਈਐ, ਛੁਟੈ ਸੱਚ ਕਮਾਏ, ਮਾਰਨ ਪਾਹੇ ਹਰਾਮ ਮੈਂ, ਹੋਏ ਹਲਾਲ ਨਾ ਜਾਏ। ਨਾਨਕ ਗੱਲੀ ਕੂੜਈ, ਕੂੜੋ ਪੱਲੇ ਪਾਏ। ਪੰਨਾ 141। ਅਰਥ, ਹੇ ਨਾਨਕ, ਪਰਾਇਆ ਹੱਕ ਮੁਸਲਮਾਨ ਲਈ ਸੂਰ ਹੈ ਤੇ ਹਿੰਦੂ ਲਈ ਗਾਂ ਹੈ। ਗੁਰੂ ਪੈਗੰਬਰ ਤਾਂ ਹੀ ਸਿਫਾਰਿਸ਼ ਕਰਦਾ ਹੈ ਜੇ ਮਨੁੱਖ ਪਰਾਇਆ ਹੱਕ ਨਾ ਵਰਤੇ। ਨਿਰੀਆਂ ਗੱਲਾਂ ਕਰਨ ਨਾਲ ਬਹਿਸ਼ਤ ਵਿੱਚ ਨਹੀਂ ਅੱਪੜ ਸਕੀਦਾ। ਸੱਚ ਨੂੰ, ਭਾਵ ਜਿਸ ਨੂੰ ਸੱਚਾ ਰਸਤਾ ਆਖਦੇ ਹੋ, ਉਸ ਨੂੰ ਅਮਲੀ ਜੀਵਨ ਵਿੱਚ ਵਰਤਿਆਂ ਹੀ ਨਿਜਾਤ ਮਿਲਦੀ ਹੈ। ਨਿਰੀਆਂ ਗੱਲਾਂ ਦੇ ਮਸਾਲੇ ਹਰਾਮ ਮਾਲ ਵਿੱਚ ਪਾਇਆ ਉਹ ਹੱਕ ਦਾ ਮਾਲ ਨਹੀਂ ਬਣ ਜਾਂਦਾ। ਇਹ ਨਾਨਕ, ਕੂੜੀਆਂ ਗੱਲਾਂ ਕੀਤਿਆਂ ਕੂੜ ਹੀ ਮਿਲਦਾ ਹੈ। ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ, ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਪੰਨਾ 15। ਅਰਥ, ਹੇ ਕਰਤਾਰ, ਮੇਰੀ ਤਾਂ ਇਹ ਕਰਤੂਤਾਂ ਹਨ ਕਿ ਖਾਣ ਦਾ ਲਾਲਚ ਮੇਰੇ ਅੰਦਰ ਕੁੱਤਾ ਹੈ ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ, ਭੌਂਕਦਾ ਹੈ। ਝੂਠ ਬੋਲਣ ਦੀ ਵਾਦੀ ਮੇਰੇ ਅੰਦਰ ਚੂੜਾ ਹੈ ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ। ਦੁਨੀਆ ਨੂੰ ਠੱਗ ਕੇ ਖਾਣਾ ਮੇਰੇ ਅੰਦਰ ਮੁਰਦਾਰ ਹੈ ਜੋ ਸਵਾਰਥ ਦੀ ਬਦਬੂ ਵਧਾ ਰਿਹਾ। ਪਰਾਈ ਨਿੰਦਿਆ ਮੇਰੇ ਮੂੰਹ ਵਿੱਚ ਸਮੂਲਚੀ ਮੈਲ ਹੈ। ਕ੍ਰੋਧ ਅੱਗ ਮੇਰੇ ਅੰਦਰ ਚੰਡਾਲ ਬਣੀ ਪਈ ਹੈ। ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ। ਕੁਰਬਾਨ ਜਾਈਏ ਮਿੱਠ ਬੋਲੇ ਗੁਰੂ ਨਾਨਕ ਸਾਹਿਬ ਜੀ ਤੋਂ, ਜਿਨ੍ਹਾਂ ਨੇ ਸਾਡੇ ਪਾਪੀਆਂ ਦੇ ਅੰਦਰ ਵਸਦੇ ਸਾਰੇ ਐਬ ਆਪਣੇ ਅੰਦਰ ਦਰਸਾ ਕੇ ਇਹਨਾਂ ਮਿੱਠੀਆਂ ਅਤੇ ਦੁਰਲੱਭ ਚਪੇੜਾਂ ਦੁਆਰਾ ਸਾਨੂੰ ਵਡਮੁੱਲੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਮੁਰਦਾਰ ਸ਼ਬਦ ਦਾ ਅਰਥ ਸਪਸ਼ਟ ਰੂਪ ਵਿੱਚ ਸਮਝਾ ਦਿੱਤਾ ਹੈ। ਕਿਸੇ ਨੂੰ ਠੱਗ ਕੇ ਖਾਣਾ ਮੁਰਦਾਰ ਖਾਣ ਤੁਲ ਹੈ। ਮਰੇ ਹੋਏ ਪਸ਼ੂ ਦੀ ਲੋਥ ਖਾਣ ਵੱਲ ਨਿਰੰਤਰ ਤਾੜੀ ਲਾਈ ਰੱਖਣ ਵਾਲੀ ਗਿਰਜ ਹੁੰਦੀ ਹੈ। ਗਿਰਜਾਂ ਦਾ ਡੇਰਾ ਉਜੜੇ ਰੁੱਖ 'ਤੇ ਹੁੰਦਾ ਹੈ ਅਤੇ ਜਾਂ ਉਹ ਕਿਸੇ ਮੁਰਦਾਰ ਨੂੰ ਖਾ ਰਹੀਆਂ ਹੁੰਦੀਆਂ। ਦੁਰਲੱਭ ਦੇਹੀ ਵਾਲਾ ਮਨੁੱਖ ਕਿਉਂ ਬਣੇ ਗਿਰਜ। ਕੱਲ ਹੋਈ ਕੁੱਤੇ ਮੂੰਹੀ, ਖਾਜ ਹੋਆ ਮੁਰਦਾਰ, ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਜਿਨ ਜੀਵੰਦਿਆਂ ਪਤ ਨਹੀਂ, ਮੋਇਆਂ ਮੰਦੀ ਸੋਏ, ਲਿਖਿਆ ਹੋਵੇ ਨਾਨਕਾ, ਕਰਤਾ ਕਰੇ ਸੋ ਹੋਏ। ਪੰਨਾ 1242। ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਮ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਭਾ ਭਰੇ ਮੁਰਦਾਰ। ਪੰਨਾ 469। ਅਰਥ, ਜਗਤ ਵਿੱਚ ਜੀਵਾਂ ਵਾਸਤੇ ਜੀਵ ਦਾ ਚਸਕਾ ਮਾਨੋ ਰਾਜਾ ਹੈ, ਪਾਪ ਵਜ਼ੀਰ ਹੈ ਅਤੇ ਝੂਠ ਚੌਧਰੀ ਹੈ। ਇਸ ਲੱਭ ਤੇ ਪਾਪ ਦੇ ਦਰਬਾਰ ਵਿੱਚ ਕਾਮ ਨਾਇਬ ਹੈ। ਇਸੇ ਨੂੰ ਸੱਦ ਕੇ ਸਲਾਹ ਪੁੱਛੀ ਜਾਂਦੀ ਹੈ। ਇਹੀ ਇਹਨਾਂ ਦਾ ਵੱਡਾ ਸਲਾਹਕਾਰ ਹੈ। ਇਹਨਾਂ ਦੀ ਪਰਜਾ ਗਿਆਨ ਤੋਂ ਸਖਣੀ ਹੋਣ ਦੇ ਕਾਰਨ ਮਨੋਂ ਅੰਨੀ ਹੋਈ ਹੈ ਅਤੇ ਤ੍ਰਿਸ਼ਨਾ ਅੱਗ ਦੀ ਚੱਟੀ ਭਰ ਰਹੀ ਹੈ। ਇਸ ਸ਼ਲੋਕ ਵਿੱਚ ਆਏ ਮੁਰਦਾਰ ਪਦ ਦੇ ਅਰਥ ਮਾਸ ਕਿਸੇ ਤਰ੍ਹਾਂ ਵੀ ਨਹੀਂ ਕੀਤੇ ਜਾ ਸਕਦੇ। ਸੋ ਸਿੱਧ ਹੋ ਗਿਆ ਕਿ ਗੁਰਮਤਿ ਅਨੁਸਾਰ ਮੁਰਦਾਰ ਦੇ ਅਰਥ ਹਰਾਮ ਦੀ ਕਮਾਈ ਹੀ ਹੈ। ਗੁਰਮਤਿ ਦੇ ਇਸ ਸਿਧਾਂਤ ਦੀ ਖੰਡਨਾ ਕਰਨ ਵਾਲੇ ਲਿਖਾਰੀ ਜਾਂ ਕਥਾਕਾਰ ਗੁਰਮੁਖ ਮੰਨੇ ਜਾ ਸਕਦੇ ਹਨ। ਆਓ ਹੁਣ ਉਸ ਗੁਰਬਾਣੀ ਸ਼ਬਦ ਦੀ ਵਿਚਾਰ ਕਰੀਏ ਜਿਸ ਵਿੱਚੋਂ ਤੁਕ ਲੈ ਕੇ ਕਈ ਲਿਖਾਰੀ ਆਪਣੀ ਆਪਣੀ ਮੱਤ ਅਨੁਸਾਰ ਮੁਰਦਾਰ ਪਦ ਦੇ ਅਰਥ ਮਾਸ ਲਿਖ ਕੇ ਮਾਸ ਖਾਣ ਵਾਲਿਆਂ ਨੂੰ ਖੂੰਖਾਰ ਤੇ ਜ਼ਾਲਮ ਲਿਖ ਰਹੇ ਹਨ। ਖਾਕ ਨੂਰ ਕਰਦੰ ਆਲਮ ਦੁਨੀਆਏ, ਅਸਮਾਨ ਜ਼ਮੀਨ ਦਰਖਤ ਆ ਪੈਦਾਇਸ਼ ਖੁਦਾਏ, ਬੰਦੇ ਚਸ਼ਮ ਦੀਦਨ ਫਨਾਏ। ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਈ ਰਹਾ, ਗੈਬਾਨ हैवान हराम कुस्तनी मुर्दार बखोराए। दिल कब्ज़ कब्ज़ा कादरो दोजिक सजाए, वली नियाम ते बरादरा दरबार मिल्क खनाए। जब इज़राइल बस्तनी तब चे कारे बेदाए, हवाल मालूम करदम पाक अल्लाह, बुगो नानक अरदास पेश दरवेश बंदा। पन्ना 723। अर्थ, हे मनुख, जो तू अखीं वेखदा है नाशवंत है, पर दुनिया माया ਦੇ ਲਾਲਚ ਵਿੱਚ ਪਰਮਾਤਮਾ ਵੱਲੋਂ ਭੁੱਲੀ ਹੋਈ ਹੈ।
ਤੇ ਹਰਾਮ ਖਾਂਦੀ ਰਹਿੰਦੀ ਹੈ, ਪਰਾਇਆ ਹੱਕ ਖੋਹਦੀ ਰਹਿੰਦੀ ਹੈ। ਰਹਾਓ। ਹੇ ਭਾਈ, ਚੇਤਨ ਜੋਤ ਅਤੇ ਅਚੇਤਨ ਮਿੱਟੀ ਮਿਲਾ ਕੇ ਪਰਮਾਤਮਾ ਨੇ ਇਹ ਜਗਤ ਬਣਾ ਦਿੱਤਾ ਹੈ। ਆਕਾਸ਼, ਧਰਤੀ, ਰੁੱਖ, ਪਾਣੀ ਆਦਿਕ ਇਹ ਸਭ ਕੁਝ ਪਰਮਾਤਮਾ ਦੀ ਰਚਨਾ ਹੈ। ਹੇ ਭਾਈ, ਗਾਫਲ ਮਨੁੱਖ ਭੂਤਾਂ, ਪ੍ਰੇਤਾਂ, ਪਸ਼ੂਆਂ ਵਾਂਗ ਹਰਾਮ ਮਾਰ ਕੇ ਹਰਾਮ ਖਾਂਦਾ ਹੈ। ਇਸ ਦੇ ਦਿਲ ਉੱਤੇ ਮਾਇਆ ਦਾ ਮੁਕੰਮਲ ਕਬਜ਼ਾ ਰਹਿੰਦਾ ਹੈ। ਪਰਮਾਤਮਾ ਇਸ ਨੂੰ ਦੋਜ਼ਖ ਦੀ ਸਜ਼ਾ ਦਿੰਦਾ। ਹੇ ਭਾਈ, ਜਦੋਂ ਮੌਤ ਦਾ ਫਰਿਸ਼ਤਾ ਆ ਕੇ ਬੰਨ੍ਹ ਲੈਂਦਾ ਹੈ, ਤਦੋਂ ਪਾਲਣ ਵਾਲਾ ਪਿਓ, ਭਰਾ, ਦਰਬਾਰ, ਜਾਇਦਾਦ, ਘਰ ਇਹ ਸਾਰੇ ਜਗਤ ਤੋਂ ਵਿਦਾ ਹੋਣ ਵੇਲੇ ਕਿਸੇ ਕੰਮ ਆਉਣਗੇ। ਹੇ ਭਾਈ, ਪਵਿੱਤਰ ਪਰਮਾਤਮਾ ਤੇਰੇ ਦਿਲ ਦਾ ਸਾਰਾ ਹਾਲ ਜਾਣਦਾ ਹੈ। ਹੇ ਨਾਨਕ, ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦੇ ਦਰ 'ਤੇ ਅਰਦਾਸ ਕਰਿਆ ਕਰ ਕਿ ਤੈਨੂੰ ਮਾਇਆ ਦੀ ਹਵਸ ਵਿੱਚ ਨਾ ਫਸਣ ਦੇਵੇ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ ਚੌਥਾ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ, ਅਫਗਾਨਾ। ਪਹਿਲੇ ਕਾਂਡ ਦਾ 9ਵਾਂ ਅਤੇ 10ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।